ਮੈਨੂੰ ਸਰ ਮਾਈਗ੍ਰੇਨ ਦੀ ਸਮੱਸਿਆ ਸੀ ਤੇ ਪੇਨ ਕਿਲਰ ਲਏ ਤੋਂ ਬਗੈਰ ਮੈਂ ਕੋਈ ਕੰਮ ਨਹੀਂ ਸੀ ਕਰ ਸਕਦਾ। ਜਦੋਂ ਮੈਂ ਮਗੀ ਜੌਬ ਤੇ ਜਾਣਾ ਪਹਿਲਾਂ ਮੈਂ ਪੇਨ ਕਿਲਰ ਲੈਣੀ ਹੈ, ਫਿਰ ਮੈਂ ਆਪਦਾ ਕੰਮ ਸਟਾਰਟ ਕਰਨਾ। ਮੈਡੀਸਨ ਨਾਲ ਹੀ ਲੈ ਕੇ ਜਾਂਦੇ ਸੀ ਕੰਮ ਤੇ? ਹਰ ਟਾਈਮ ਸਰ MR ਦਾ ਪਤਾ ਮੇਰੇ ਕੋਲ ਹੁੰਦਾ ਸੀ, ਮਤਲਬ ਕਿ ਜਿੰਨਾ ਚਿਰ ਉਹ ਮੈਡੀਸਨ ਦਾ ਅਸਰ ਰਹਿਣਾ ਉਹਨਾਂ ਚਿਰ ਫਰਕ ਰਹਿੰਦਾ ਸੀ। ਕੁਝ ਡਾਕਟਰ ਨੇ ਦੱਸਿਆ ਕਿ ਸ਼ੁਰੂਆਤ ਹੋਣ ਦੇ ਅਸਲ ਦੇ ਵਿੱਚ ਕਾਰਨ ਕੀ ਸੀਗੇ? ਉਹਨਾਂ ਨੇ BP ਚੈੱਕ ਕਰਨਾ, ਕਿਸੇ ਟਾਈਮ BP ਵਧਿਆ ਹੁੰਦਾ ਸੀਗਾ ਤੇ ਉਹਨਾਂ ਨੇ ਕਹਿ ਦੇਣਾ ਕਿ BP ਕਰਕੇ ਸਿਰ ਪੀੜ ਹੁੰਦਾ ਪਿਆ, ਤੇ ਉਹਨਾਂ ਨੇ 2-3 ਖੁਰਾਕਾਂ ਬਣਾ ਕੇ ਦੇ ਦੇਣੀਆਂ, ਉਹ ਖਾਣੀਆਂ। ਜਿੰਨਾ ਚਿਰ ਉਹ ਖੁਰਾਕਾਂ ਦਾ ਅਸਰ ਰਹਿੰਦਾ ਸੀ ਉਹਨਾਂ ਚਿਰ ਵੀ ਮੈਂ ਵੀ ਕੰਮ ਬਹੁਤ ਵਧੀਆ ਕਰ ਲੈਂਦਾ ਸੀ। ਤੇ ਜਦੋਂ ਖੁਰਾਕ ਦਾ ਅਸਰ ਸਮਝ ਲਓ ਵੀ ਖਤਮ ਹੋ ਜਾਂਦਾ ਤੇ ਉਸ ਟਾਈਮ ਮੈਂ ਵੀ ਬਹਿ ਜਾਂਦਾ ਸੀ। ਬਸ ਇੱਦਾਂ ਹੁੰਦਾ ਸੀ ਕਿ ਮੇਰਾ ਸਿਰ ਪੀੜ ਹੁੰਦਾ ਪਿਆ ਤੇ ਬਸ ਮੈਨੂੰ ਕੋਈ ਬੁਲਾਵੇ ਨਾ, ਵੀ ਮੈਂ ਚੁੱਪ ਕਰਕੇ ਮੈਂ ਆਪਦੇ ਰੂਮ ਦੇ ਵਿੱਚ ਅਲੱਗ ਹੋ ਕੇ ਤੇ ਮੈਡੀਸਨ ਖਾਧੀ ਹੈ, ਖਾ ਕੇ ਤੇ ਮੈਂ ਪੈ ਜਾਵਾਂ ਤੇ ਉਸ ਤੋਂ ਬਾਅਦ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ। ਕੀ ਲੱਗਦਾ ਸੀ ਉਦੋਂ ਕਿ ਮਤਲਬ ਜਿਹੜੀ ਬਿਮਾਰੀ ਆ ਹੈ ਨਾ ਇਹ ਲਾਈਫ ਟਾਈਮ ਤੱਕ ਹੀ ਤੁਹਾਨੂੰ ਰਹੂਗੀ, ਜਾਂ ਤੁਹਾਨੂੰ ਕਦੇ ਮਾਈਂਡ ਵਿੱਚ ਆਉਂਦਾ ਸੀ ਕਿ ਯਾਰ ਇਹਦਾ ਸੋਲੂਸ਼ਨ ਵੀ ਹੋ ਸਕਦਾ? ਮੈਨੂੰ ਤਾਂ ਇੱਦਾਂ ਹੀ ਲੱਗਦਾ ਸੀਗਾ ਕਿ ਮੈਨੂੰ ਜਿਹੜੀ ਆ ਸਿਰ ਪੀੜ ਦੀ ਗੋਲੀ ਮੈਨੂੰ ਮਤਲਬ ਕਿ ਪੂਰਾ ਇਹ ਉਮਰ ਹੀ ਖਾਣੀ ਪਊਗੀ। ਅਤੇ ਕਿੰਨਾ ਕੁ ਖਰਚਾ ਸੀਗਾ ਤੁਹਾਡਾ ਐਸਟੀਮੇਟ, ਜੇ ਆਪਾਂ ਗੱਲ ਕਰੀਏ ਮਹੀਨੇ ਦਾ ਕਿੰਨਾ ਕੁ ਖਰਚਾ ਆ ਜਾਂਦਾ ਸੀਗਾ ਜੀ? ਮੇਰੇ ਤਕਰੀਬਨ 2000 ਤੋਂ 2500 ਰੁਪਏ ਦੀ ਮਹੀਨੇ ਦੀ ਦਵਾਈ ਆਉਂਦੀ ਸੀ। ਮੈਂ ਅੱਗੇ ਦੋਸਤ ਦੇ ਅੱਗੇ ਕਿਸੇ ਦੇ ਅੱਗੇ ਗੱਲ ਕਰਨੀ ਹੈ ਵੀ ਮੇਰਾ ਯਾਰ ਸਿਰ ਪੀੜ ਬਹੁਤ ਜ਼ਿਆਦਾ ਹੁੰਦਾ ਵੀ ਮੈਂ ਦਵਾਈ ਵੀ ਸਾਰੀ ਉਮਰ ਮੈਂ ਦਵਾਈ 'ਤੇ ਹੀ ਕੱਟਣੀ ਹੈ। ਕਿਵੇਂ ਤੁਹਾਡਾ ਮਨ ਬਣਿਆ ਕਿ ਚਲੋ ਇੱਕ ਵਾਰ ਦੇਖਦੇ ਹਾਂ ਕਿ ਇੱਕ ਨਵਾਂ ਉਮੀਦ ਮਨ 'ਚ ਲੈ ਕੇ ਤੁਸੀਂ ਕਿਵੇਂ ਫਿਰ ਇੱਥੇ ਆਏ? ਮੇਰਾ ਦੋਸਤ ਸੀਗਾ ਜੀ ਕੋਟੀ ਸੇਖਾਂ ਤੋਂ ਹੀ ਆ, ਅਤੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਤੁਸੀਂ ਐਂ ਕਰੋ ਵੀ ਤੁਸੀਂ ਮੇਰੇ ਕਹੇ 'ਤੇ ਇੱਕ ਵਾਰੀ ਡਾਕਟਰ ਰਵਿੰਦਰ ਸਿੰਘ ਭੁੱਲੇ ਜੀ ਤੋਂ ਦਵਾਈ ਲਓ। ਉਹ ਪਹਿਲਾਂ ਇੱਥੋਂ ਦਵਾਈ ਲੈ ਰਹੇ ਸੀਗੇ, ਉਹਨੇ ਮੈਨੂੰ ਬਾਅਦ 'ਚੋਂ ਰਿਪੋਰਟਸ ਵੀ ਦਿਖਾਈਆਂ ਸ਼ੂਗਰ ਦੀਆਂ, ਕਹਿੰਦੇ ਕਿ ਆਹ ਦੇਖੋ ਇਹ ਮੈਂ ਖਾਣਾ ਖਾਣ ਤੋਂ ਬਾਅਦ ਸ਼ੂਗਰ ਚੈੱਕ ਕਰਾਈ ਹੈ ਅਤੇ ਆਹ ਬਿਲਕੁਲ ਨੋਰਮਲ ਆਉਂਦੀ ਪਈ ਹੈ। ਫਿਰ ਮੇਰੇ ਮਨ ਦੇ ਵਿੱਚ ਇੱਕ ਆਸ ਜੀ ਜਾਗੀ, ਚਲੋ ਵੀ ਆਪਾਂ ਇੱਥੋਂ ਵੀ ਲੈ ਕੇ ਦੇਖ ਲਈਏ, ਹੋ ਸਕਦਾ ਕਿ ਮੈਨੂੰ ਫਰਕ ਪੈ ਜਾਵੇ। ਫਸਟ ਡੇ ਦਾ ਫਿਰ ਤੁਹਾਡਾ ਪ੍ਰੋਸੈਸ ਕਿਵੇਂ ਰਿਹਾ ਜਦੋਂ ਤੁਸੀਂ ਇੱਥੇ ਆਉਣੇ ਹੋ ਹੈ ਨਾ? ਬਾਅਦ ਵਿੱਚ ਕਿੱਦਾਂ ਦਾ ਫੀਲ ਹੁੰਦਾ ਤੁਹਾਨੂੰ? ਉਹਨਾਂ ਦੀ ਕਾਉਂਸਲਿੰਗ 'ਤੇ ਹੀ ਮੈਨੂੰ ਬੜਾ ਆਪਦੇ ਆਪ 'ਚ ਮਹਿਸੂਸ ਹੋਣ ਲੱਗ ਗਿਆ ਸੀ ਵੀ ਇੱਥੋਂ ਮੈਂ ਠੀਕ ਹੋ ਕੇ ਜਾਊਂਗਾ, ਅਤੇ ਹੌਲੀ ਹੌਲੀ ਮੈਨੂੰ ਫਰਕ ਪੈਣਾ ਸਟਾਰਟ ਵੀ ਹੋਇਆ। ਮਹੀਨੇ ਵਿੱਚ ਮੈਨੂੰ ਸਿਰ ਪੀੜ ਦਾ ਬਹੁਤ ਫਰਕ ਪੈ ਗਿਆ ਸੀ। ਮੈਨੂੰ ਸਰ 6 ਮਹੀਨੇ ਹੋ ਗਏ ਆ। 6 ਮਹੀਨਿਆਂ ਦੇ ਵਿੱਚ ਮੈਂ ਇੱਕ ਵੀ ਪੇਨ ਕਿਲਰ ਨਹੀਂ ਕਦੀ ਲਈ। ਦਰਸ਼ਕ ਜੋ ਸਾਨੂੰ ਇਸ ਟਾਈਮ ਦੇਖ ਰਹੇ ਆ ਹੈ ਨਾ, ਹੋ ਸਕਦਾ ਕਿ ਉਹਨਾਂ ਵਿੱਚੋਂ ਵੀ ਕਿਸੇ ਪੇਸ਼ੈਂਟ ਨੂੰ, ਕਿਸੇ ਪਰਸਨ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੋਵੇ। ਜੇ ਤੁਸੀਂ ਇੱਕ ਉਹਨਾਂ ਨੂੰ ਸਾਡੇ ਚੈਨਲ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੋ ਤਾਂ ਉਹ ਤੁਸੀਂ ਦੇ ਸਕਦੇ ਹੋ। ਇਹ ਬਿਮਾਰੀ ਮੇਰੀ ਠੀਕ ਹੋ ਸਕਦੀ ਹੈ ਅਤੇ ਉਹ ਕਿਸੇ ਦੀ ਵੀ ਠੀਕ ਹੋ ਸਕਦੀ ਹੈ। ਜੇ ਕਿਸੇ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹ ਇੱਥੇ ਪਹੁੰਚ ਸਕਦਾ ਅਤੇ ਆਪਦੀ ਬਿਮਾਰੀ ਠੀਕ ਕਰ ਸਕਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਜੀਤ ਸਿੰਘ, ਕੇਅਰ ਏਸ਼ੀਆ TV ਚੈਨਲ 'ਤੇ ਕੈਮਰਾਮੈਨ ਜਸਵੰਤ ਸਿੰਘ ਅਤੇ ਕੇਅਰ ਏਸ਼ੀਆ ਦੀ ਪੂਰੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ। ਪਿਆਰੇ ਦਰਸ਼ਕੋ, ਅੱਜ ਅਸੀਂ ਪਹੁੰਚੇ ਹੋਏ ਹਾਂ ਮੋਗਾ ਵਿਖੇ ਡਾਕਟਰ ਵਰਿੰਦਰ ਸਿੰਘ ਭੁੱਲਰ ਦਾ ਜੋ ਵੈਲਨੈਸ ਸੈਂਟਰ ਹੈ ਮੋਗਾ ਵਿਖੇ, ਹੈੱਡ ਬ੍ਰਾਂਚ ਹੈ ਉਹਨਾਂ ਦੀ, ਅਤੇ ਉੱਥੇ ਅਸੀਂ ਅੱਜ ਪਹੁੰਚੇ ਹੋਏ ਹਾਂ। ਪਹਿਲਾਂ ਵੀ ਅਸੀਂ ਕਾਫੀ ਵੀਡੀਓਜ਼ ਜੋ ਪੇਸ਼ੈਂਟਸ ਨਾਲ ਅਸੀਂ ਕੀਤੀਆਂ ਸੀਗੀਆਂ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਸੀ। ਅੱਜ ਦੁਬਾਰਾ ਫਿਰ ਇੱਕ ਵੀਡੀਓ ਅਸੀਂ ਪੇਸ਼ੈਂਟ ਦੇ ਨਾਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ, ਅਤੇ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਉਹਨਾਂ ਨਾਲ ਗੱਲਬਾਤ ਸਟਾਰਟ ਕਰਦੇ ਹਾਂ। ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਇਹ ਜਾਣਾਂਗੇ ਕਿ ਉਹਨਾਂ ਨੂੰ ਕੀ ਬਿਮਾਰੀ ਸੀ, ਕਿੰਨੇ ਟਾਈਮ ਤੋਂ ਸੀ, ਠੀਕ ਹੈ, ਕਿੱਥੋਂ ਉਹਨਾਂ ਨੇ ਇਲਾਜ ਕਰਵਾਇਆ, ਡਾਕਟਰ ਵਰਿੰਦਰ ਸਿੰਘ ਭੁੱਲਰ ਦਾ ਜੋ ਵੈਲਨੈਸ ਸੈਂਟਰ ਹੈ ਉਹਨਾਂ ਬਾਰੇ ਕਿਵੇਂ ਪਤਾ ਲੱਗਿਆ, ਇਹਨਾਂ ਬਾਰੇ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ। ਬਾਈ ਜੀ, ਕੇਅਰ ਏਸ਼ੀਆ TV ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਬਾਈ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਅਤੇ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸੁਖਵਿੰਦਰ ਸ਼ਰਮਾ ਹੈ ਜੀ, ਅਤੇ ਮੈਂ ਕੋਟੀ ਸਿੱਖਾਂ ਦੇ ਰਹਿਣ ਵਾਲਾ ਜੀ। ਬਾਈ ਜੀ, ਤੁਸੀਂ ਅੱਜ ਇੱਥੇ ਪਹੁੰਚੇ ਹੋਏ ਹੋ ਮੋਗਾ ਵਿਖੇ, ਅਤੇ ਤੁਸੀਂ ਜੋ ਆਪਣੀ ਬਿਮਾਰੀ ਦੇ ਰਿਲੇਟਡ ਕੋਈ ਇਨਕੁਆਇਰੀ ਲਈ ਆਏ ਹੋ, ਜਾਂ ਪਰਿਵਾਰ ਦੇ ਵਿੱਚ ਜਾਂ ਰਿਸ਼ਤੇਦਾਰ ਕੋਈ ਇੱਦਾਂ ਦਾ ਕੋਈ ਮਰੀਜ਼ ਹੈ ਜਿਨ੍ਹਾਂ ਦੀ ਬਿਮਾਰੀ ਦੇ ਰਿਲੇਟਡ ਤੁਸੀਂ ਅੱਜ ਇੱਥੇ ਮਤਲਬ ਇਹਨਾਂ ਤੋਂ ਹੈਲਪ ਲੈਣ ਲਈ ਆਏ ਹੋਏ ਹੋ? ਮੈਂ ਆਪਦੀ ਬਿਮਾਰੀ ਤੋਂ ਠੀਕ ਹੋ ਕੇ ਉਸ ਤੋਂ ਬਾਅਦ ਫਿਰ ਇੱਥੇ ਆਇਆ ਹੋਇਆ ਜੀ ਮੈਂ। ਠੀਕ ਹੈ ਜੀ। ਕੀ ਸਰ, ਜੇ ਬਿਮਾਰੀ ਦੀ ਆਪਾਂ ਗੱਲ ਕਰੀਏ, ਕਿਹੜੀ ਬਿਮਾਰੀ ਇੱਦਾਂ ਦੀ ਸੀ ਕਿ ਤੁਹਾਨੂੰ ਉੱਥੋਂ ਕੋਟੀ ਸੇਖਾਂ ਤੋਂ ਅੱਜ ਮੋਗੇ ਆਉਣਾ ਪਿਆ ਜੀ? ਮੈਨੂੰ ਸਰ ਮਾਈਗ੍ਰੇਨ ਦੀ ਸਮੱਸਿਆ ਸੀ। ਠੀਕ ਹੈ। ਮਾਈਗ੍ਰੇਨ ਸਰ ਕਿਹੜੀ ਬਿਮਾਰੀ ਹੁੰਦੀ ਆ, ਜਾਂ ਕਿਹੜੀਆਂ ਪ੍ਰੋਬਲਮਸ ਇਹਦੇ ਵਿੱਚ ਆਉਂਦੀਆਂ? ਇਹਦੇ ਸਰ ਸਿਰ ਪੀੜ ਹੋਣ ਲੱਗ ਜਾਂਦਾ ਹੈ, ਔਰ ਅੱਧਾ ਸਿਰ ਪੀੜ ਹੁੰਦਾ ਔਰ ਬਹੁਤ ਜ਼ਿਆਦਾ ਹੁੰਦਾ, ਅਤੇ ਜਿਹਦੇ ਵਿੱਚ ਆਪਾਂ ਕੋਈ ਮਤਲਬ ਕਿ ਜਦੋਂ ਮੈਨੂੰ ਹੁੰਦਾ ਸੀ ਅਤੇ ਪੇਨ ਕਿਲਰ ਲਏ ਤੋਂ ਬਗੈਰ ਮੈਂ ਕੋਈ ਕੰਮ ਨਹੀਂ ਸੀ ਕਰ ਸਕਦਾ। ਠੀਕ ਹੈ। ਵੈਸੇ ਸਰ ਤੁਸੀਂ ਨਾਰਮਲ ਕੀ ਕੰਮ ਕਰਦੇ ਹੋ? ਸੇਲਜ਼ਮੈਨ ਆ ਜੀ।
ਤੇ ਸੇਲਸਮੈਨ ਦੇ ਵਿੱਚ ਤਾਂ ਮਤਲਬ ਸਾਰਾ ਦਿਨ ਰੂਟੀਨ ਆਪਣਾ ਘੁੰਮਣ ਦਾ ਹੈ ਨਾ, ਇੱਧਰ ਚਲੇ ਗਏ ਉੱਧਰ ਚਲੇ ਗਏ। ਫਿਰ ਮਾਈਗ੍ਰੇਨ ਦੀ ਪ੍ਰੋਬਲਮ ਜਿਹੜੀ ਸੀਗੀ ਉਹ ਤੁਸੀਂ ਪੇਨ ਕਿਲਰ ਲੈ ਕੇ ਹੈਂਡਲ ਕਰਦੇ ਸੀ, ਤੇ ਪੇਨ ਕਿਲਰ ਜਿਹੜੀ ਮੈਡੀਸਨ ਆ ਉਹ ਕਿੰਨੇ ਟਾਈਮ ਬਾਅਦ ਆਪਣਾ ਅਸਰ ਸਟਾਰਟ ਕਰਦੀ ਸੀ? ਉਹ ਜਦੋਂ ਆਪਾਂ ਖਾ ਲੈਂਦੇ ਸੀ ਤਕਰੀਬਨ 15-20 ਮਿੰਟ ਰੁਕ ਕੇ, ਉਸ ਤੋਂ ਬਾਅਦ ਮੈਂ ਕੋਈ ਕੰਮ ਕਰ ਸਕਦਾ ਸੀ। ਤੇ ਸਾਰਾ ਦਿਨ ਫਿਰ ਤੁਹਾਨੂੰ ਬਹੁਤ ਦਿੱਕਤ ਆਉਂਦੀ ਹੋਣੀ ਹੈ ਜੀ ਇਹ? ਬਿਲਕੁਲ ਸਰ, ਜਦੋਂ ਅਗਰ ਮੈਂ ਪੇਨ ਕਿਲਰ ਨਹੀਂ ਲੈਂਦਾ ਠੀਕ ਹੋ ਮਤਲਬ ਕਿ ਸੋਚਦਾ ਮੈਂ ਵੀ ਹਾਂ ਵੀ ਕੁਛ ਟਾਈਮ ਵੀ ਪੇਨ ਕਿਲਰ ਨਾ ਲਈਏ, ਕਿਉਂਕਿ ਇਹਦਾ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਪੇਨ ਕਿਲਰ ਦਾ, ਇਹ ਵੀ ਆਪਾਂ ਨੂੰ ਪਤਾ ਹੈ। ਆਪਾਂ ਫਿਰ ਵੀ ਆਪਣੀ ਮਜਬੂਰੀ ਹੁੰਦੀ ਹੈ ਕਿ ਉਹਨੂੰ ਲਏ ਬਗੈਰ ਆਪਾਂ ਕੋਈ ਕੰਮ ਨਹੀਂ ਕਰ ਸਕਦੇ। ਤੇ ਇਹ ਫਿਰ ਤੁਸੀਂ ਹੈਂਡਲ ਕਿੱਦਾਂ ਕਰਦੇ ਸੀ ਆਪਣਾ ਸਾਰਾ ਦਿਨ? ਕਿਉਂਕਿ ਜੇ ਤੁਹਾਨੂੰ ਇਦਾਂ ਦੀ ਬਿਮਾਰੀ ਸੀ ਹੈ ਨਾ, ਕਿ ਇੱਕ ਤੁਹਾਡਾ ਪ੍ਰੋਫੈਸ਼ਨ, ਇੱਕ ਤੁਹਾਡਾ ਪੇਸ਼ਾ ਵੀ ਉਹੀ ਸੀਗਾ ਕਿ ਤੁਸੀਂ ਘੁੰਮਣ ਫਿਰਨ ਵਾਲਾ, ਕਦੇ ਇੱਧਰ ਚਲੇ ਗਏ ਕਿ ਉੱਧਰ ਚਲੇ ਗਏ ਹੈ ਨਾ, ਤੇ ਕਸਟਮਰ ਨਾਲ ਡੀਲ ਕਰਨੀ, ਮਤਲਬ ਮੇਨ ਕੰਮ। ਪਰ ਜੇ ਇੱਕ ਉੱਪਰੋਂ ਆਪਣਾ ਸਿਰ ਦਰਦ ਵੀ ਹੁੰਦਾ ਹੋਵੇ, ਆਪਣਾ ਕਿਸੇ ਨਾਲ ਗੱਲਬਾਤ ਕਰਨ ਨੂੰ ਦਿਲ ਨਹੀਂ ਕਰਦਾ, ਫਿਰ ਤੁਸੀਂ ਆਪਣਾ ਜੋ ਮੈਨੇਜਮੈਂਟ ਸੀਗੀ ਆਪਣੀ ਪੂਰੇ ਦਿਨ ਦੀ, ਉਹ ਮੈਨੇਜਮੈਂਟ ਕਿੱਦਾਂ ਕਰਦੇ ਸੀ? ਇੱਦਾਂ ਹੀ ਸਰ ਬਈ ਜਦੋਂ ਮੈਂ ਮਤਲਬ ਕਿ ਜੋਬ 'ਤੇ ਜਾਣਾ, ਪਹਿਲਾਂ ਮੈਂ ਪੇਨ ਕਿਲਰ ਲੈਣੀ ਹੈ, ਅਤੇ ਪੇਨ ਕਿਲਰ ਲੈਣ ਤੋਂ ਬਾਅਦ ਉਸ ਤੋਂ ਬਾਅਦ ਕੋਈ ਅੱਧਾ ਘੰਟਾ ਜਾਂ ਪੌਣਾ ਘੰਟਾ ਆਰਾਮ ਰੈਸਟ ਕਰਨੀ ਹੈ। ਰੈਸਟ ਕਰਨ ਤੋਂ ਬਾਅਦ ਜਦੋਂ ਥੋੜ੍ਹਾ ਜਿਹਾ ਫਰਕ ਪੈਣਾ, ਫਿਰ ਮੈਂ ਆਪਦਾ ਕੰਮ ਸਟਾਰਟ ਕਰਨਾ। ਇਹ ਸਰ ਡੇਲੀ ਦਾ ਰੂਟੀਨ ਸੀਗਾ ਜੀ? ਕਿਤੇ ਤਾਂ ਡੇਲੀ ਹੋ ਜਾਂਦਾ ਸੀ, ਕਿਤੇ ਕੋਈ 1-2 ਦਿਨ ਵਿੱਚ ਪੈ ਵੀ ਜਾਂਦੇ ਸੀ। ਠੀਕ ਹੈ। ਅਤੇ ਫਿਰ ਤੁਹਾਨੂੰ ਜਦੋਂ ਕੰਮ 'ਤੇ ਜਾਣ ਤੋਂ ਪਹਿਲਾਂ ਮਾਰਨਿੰਗ ਟਾਈਮ ਪਤਾ ਲੱਗ ਜਾਂਦਾ ਸੀ ਕਿ ਅੱਜ ਮੈਨੂੰ ਮੈਡੀਸਨ ਲੈਣ ਦੀ ਲੋੜ ਹੈ ਜਾਂ ਜੇ ਨਹੀਂ ਹੈਗੀ? ਨਹੀਂ ਸਰ, ਮਤਲਬ ਕਿ ਜਦੋਂ ਮੈਂ ਘਰ ਤੋਂ ਚੱਲਣਾ ਹੈ, ਖਾਣਾ ਖਾਣ ਤੋਂ ਬਾਅਦ ਕਿਤੇ ਜਦੋਂ ਰਸਤੇ 'ਚ ਆਉਂਦਿਆਂ ਹੀ ਇੱਕਦਮ ਹੀ ਇਹ ਸਿਰ ਪੀੜ ਸ਼ੁਰੂ ਹੁੰਦੇ ਜਾਂਦੇ। ਠੀਕ ਹੈ, ਮਤਲਬ ਤੁਸੀਂ ਆਪਣੇ ਕੰਮ ਜਾ ਰਹੇ ਹੋ, ਘਰ ਤੋਂ ਫੀਲਡ ਵਿੱਚ ਜਾ ਰਹੇ ਹੋ ਜਾਂ ਫੀਲਡ ਤੋਂ ਘਰ ਵਿੱਚ ਜਾ ਰਹੇ ਹੋ, ਅਤੇ ਮਤਲਬ ਤੁਹਾਨੂੰ ਰਸਤੇ ਵਿੱਚ ਇਹ ਪ੍ਰੋਬਲਮ ਸਟਾਰਟ ਹੋ ਜਾਂਦੀ ਸੀ। ਠੀਕ ਹੈ। ਮੈਡੀਸਨ ਮਤਲਬ ਤੁਹਾਨੂੰ ਨਾਲ ਹੀ ਰੱਖਣੀ ਪੈਂਦੀ ਸੀ ਹਮੇਸ਼ਾ ਆਪਣੇ, ਇੱਕ ਜਾਂ ਮਤਲਬ ਜਿੰਨੀਆਂ ਵੀ ਮੈਡੀਸਨ ਤੁਸੀਂ ਯੂਜ਼ ਕਰਦੇ ਹੋ ਮੈਡੀਸਨ ਨਾਲ ਹੀ ਲੈ ਕੇ ਜਾਂਦੇ ਸੀ ਕੰਮ 'ਤੇ? ਹਰ ਟਾਈਮ ਸਰ MR ਦਾ ਪਤਾ ਮੇਰੇ ਕੋਲ ਹੁੰਦਾ ਸੀ, ਜੋ ਟੈਬਲੇਟ MR ਆਉਂਦੀ ਹੈ ਪੇਨ ਕਿਲਰ, ਉਹਦਾ ਇੱਕ ਪਤਾ ਮੇਰੇ ਕੋਲ ਹਰ ਟਾਈਮ ਮੇਰੇ ਬੈਗ ਦੇ ਵਿੱਚ ਮੇਰੇ ਕੋਲ ਹੁੰਦਾ ਸੀ। ਫਿਰ ਇੰਨੀ ਮਤਲਬ ਕਦੇ ਮਾਈਂਡ ਦੇ ਵਿੱਚ ਇਹ ਵੀ ਚੀਜ਼ ਆਈ ਹੋਣੀ ਹੈ ਕਿ ਮੈਂ ਕੰਮ ਬਦਲਣਾ ਆਪਣਾ? ਉਹ ਵੀ ਇੱਦਾਂ ਵੀ ਆਇਆ ਸੀਗਾ ਕਿ ਕੰਮ ਬਦਲ ਲਈਏ, ਕਿ ਸ਼ਾਇਦ ਵੀ ਆਪਾਂ ਜੋ ਮੇਰੇ ਫੀਲਡ ਦਾ ਕੰਮ ਹੈ ਉਹ ਕੰਮ ਕਰਕੇ ਕੋਈ ਇਹੋ ਜਿਹੀ ਹੁੰਦੀ ਹੈ, ਪਰ ਉਹਦੇ ਵਿੱਚ ਮੈਨੂੰ ਕਾਫੀ ਟਾਈਮ ਹੋ ਗਿਆ ਸੀਗਾ ਫੀਲਡ ਦੇ ਵਿੱਚ, ਅਤੇ ਹੋਰ ਕੋਈ ਕੰਮ ਮੈਂ ਕਰ ਵੀ ਨਹੀਂ ਸਕਦਾ। ਹੋ ਸਕਦਾ ਜੇ ਮੈਂ ਕੋਈ ਹੋਰ ਕੰਮ ਕਰਦਾ ਤਾਂ ਸ਼ਾਇਦ ਇਹਦੇ ਨਾਲੋਂ ਜ਼ਿਆਦਾ ਪ੍ਰੋਬਲਮ ਆ ਜਾਵੇ, ਇਸ ਗੱਲ ਦਾ ਡਰ ਲੱਗਿਆ ਰਹਿੰਦਾ ਸੀ। ਠੀਕ ਹੈ। ਅਤੇ ਫਿਰ ਤੁਸੀਂ ਚੈੱਕਅਪ ਵਗੈਰਾ ਕਰਵਾਇਆ ਸੀ ਪਹਿਲਾਂ ਦਾ? ਚੈੱਕਅਪ ਤਾਂ ਕੁਛ ਨਹੀਂ ਕਰਿਆ, ਜਿਵੇਂ ਮਤਲਬ ਕਿ ਆਪਣੇ ਲੋਕਲ ਪਿੰਡ ਦੇ ਡਾਕਟਰ ਹੁੰਦੇ ਆ, ਉੱਥੋਂ ਮੈਂ ਮੈਡੀਸਨ ਲੈਂਦਾ ਰਿਹਾ, ਅਤੇ ਮਤਲਬ ਕਿ ਜਿੰਨਾ ਚਿਰ ਉਹ ਮੈਡੀਸਨ ਦਾ ਅਸਰ ਰਹਿਣਾ ਉਹਨਾਂ ਚਿਰ ਫਰਕ ਰਹਿੰਦਾ ਸੀ। ਡਾਕਟਰਸ ਕੀ ਕਹਿੰਦੇ ਸੀਗੇ ਕਿ ਮੈਡੀਸਨ ਤੁਹਾਨੂੰ ਲੈਣੀ ਪੈਣੀ ਆ ਹੈ ਨਾ, ਅਤੇ ਅਕਸਰ ਜੇ ਡਾਕਟਰ ਕੋਈ ਮੈਡੀਸਨ ਦਿੰਦਾ ਹੈ ਨਾ, ਉਹ ਕਿਸੇ ਬਿਮਾਰੀ ਤੋਂ ਉਹਨੂੰ ਪਤਾ ਹੁੰਦਾ ਕਿ ਇਹਨੂੰ ਇਹ ਬਿਮਾਰੀ ਆ, ਠੀਕ ਆ। ਜਾਂ ਪੇਨ ਕਿਲਰ ਦੀ ਆਪਾਂ ਗੱਲ ਕਰੀਏ, ਪੇਨ ਕਿਲਰ ਤਾਂ ਚਲੋ ਨੋਰਮਲ ਹਰ ਘਰ ਵਿੱਚ ਹੁੰਦੀ ਆ ਹੈ ਨਾ, ਅਤੇ ਇੱਕ ਜੇ ਖਾਸ ਮੈਡੀਸਨ ਦੀ ਗੱਲ ਕਰੀਏ ਤਾਂ ਖਾਸ ਮੈਡੀਸਨ ਵੀ ਕੋਈ ਦਿੱਤੀ ਸੀ ਸਪੈਸ਼ਲ ਬਿਮਾਰੀ ਲਈ ਕਿ ਸਿਰਫ ਪੇਨ ਕਿਲਰ ਹੀ ਯੂਜ਼ ਕਰਦੇ ਸੀ? ਮੈਨੂੰ ਵੈਸੇ ਪ੍ਰੋਬਲਮ ਆਉਂਦੀ ਸੀ ਅਤੇ ਫਿਰ ਮੈਂ ਇਕੱਲੀ ਪੇਨ ਕਿਲਰ ਹੀ ਯੂਜ਼ ਕਰਦਾ ਸੀਗਾ ਜੀ। ਅਤੇ ਜਦੋਂ ਡਾਕਟਰ ਕੋਲ ਜਾਣਾ, ਫਿਰ ਡਾਕਟਰ ਨੇ ਤਾਂ ਆਪਦੀ ਪੂਰੀ ਖੁਰਾਕ ਬਣਾ ਕੇ ਦੇਣੀ ਆ, ਉਹਦੇ ਵਿੱਚ ਪੈਰਾਸੀਟਾਮੋਲ ਜਾਂ ਕੋਈ ਹੋਰ ਟੈਂਪਰੇਚਰ ਦੀ ਗੋਲੀ ਜਾਂ ਇਹੋ ਜਿਹੀਆਂ ਨਾਲ ਉਹਨੇ 2-4 ਐਡ ਕਰਕੇ ਦੇਣੀਆਂ ਜੀ। ਠੀਕ ਹੈ। ਅਤੇ ਫਿਰ ਡਾਕਟਰ ਵੈਸੇ ਇਹ ਨਹੀਂ ਦੱਸਦੇ ਸੀਗੇ ਕਿ ਸ਼ੁਰੂਆਤ ਦੀ ਜਿਹੜੀ ਬਿਮਾਰੀ ਦੀ ਆ ਵੀ ਸ਼ੁਰੂਆਤ ਕਿਵੇਂ ਹੋਈ, ਕੀ ਕਾਰਨ ਸੀਗੇ, ਕਿਹੜੀ ਮਤਲਬ ਇੱਦਾਂ ਦਾ ਕੋਈ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਆਈ ਜਾਂ ਟੈਨਸ਼ਨ ਸੀਗੀ ਮਾਈਂਡ 'ਤੇ ਜਾਂ ਕੁਛ ਇੱਦਾਂ ਦਾ ਕੁਛ ਡਾਕਟਰ ਨੇ ਦੱਸਿਆ ਕਿ ਸ਼ੁਰੂਆਤ ਹੋਣ ਦੀ ਅਸਲ ਦੇ ਵਿੱਚ ਕਾਰਨ ਕੀ ਸੀਗੇ? ਨਹੀਂ ਸਰ, ਇਹੋ ਜਿਹਾ ਕਿਸੇ ਡਾਕਟਰ ਨੇ ਕੋਈ ਗੱਲ ਨਹੀਂ ਕੀਤੀ। ਜੇ ਮੈਂ ਜਾਣਾ, ਮੈਂ ਦੱਸਣਾ ਡਾਕਟਰ ਸਾਹਿਬ ਵੀ ਮੇਰਾ ਸਿਰ ਪੀੜ ਹੁੰਦਾ, ਅਤੇ ਉਹਨਾਂ ਨੇ BP ਚੈੱਕ ਕਰਨਾ, ਕਿਸੇ ਟਾਈਮ BP ਵਧਿਆ ਹੁੰਦਾ ਸੀਗਾ ਅਤੇ ਉਹਨਾਂ ਨੇ ਕਹਿ ਦੇਣਾ ਕਿ BP ਕਰਕੇ ਸਿਰ ਪੀੜ ਹੁੰਦਾ ਪਿਆ, ਅਤੇ ਉਹਨਾਂ ਨੇ ਮਤਲਬ ਕਿ ਜੋ ਆਪਦੀ ਖੁਰਾਕ ਬਣਾ ਕੇ ਦਿੰਦੀ ਹੈ, 2-3 ਖੁਰਾਕਾਂ ਬਣਾ ਕੇ ਦੇ ਦੇਣੀਆਂ, ਉਹ ਖਾਣੀਆਂ। ਜਿੰਨਾ ਚਿਰ ਉਹ ਖੁਰਾਕਾਂ ਦਾ ਅਸਰ ਰਹਿੰਦਾ ਸੀ ਉਹਨਾਂ ਚਿਰ ਵੀ ਮੈਂ ਵੀ ਕੰਮ ਬਹੁਤ ਵਧੀਆ ਕਰ ਲੈਂਦਾ ਸੀ, ਅਤੇ ਜਦੋਂ ਖੁਰਾਕ ਦਾ ਅਸਰ ਸਮਝ ਲਓ ਵੀ ਖਤਮ ਹੋ ਜਾਂਦਾ ਅਤੇ ਉਸ ਟਾਈਮ ਮੈਂ ਵੀ ਬਹਿ ਜਾਂਦਾ ਸੀ। ਠੀਕ ਹੈ। ਫਿਰ ਇਹ ਜਦੋਂ ਆਪਣਾ ਸਿਰ ਦਰਦ ਕਰਦਾ ਹੋਵੇ ਨਾ, ਇੱਕ ਨਾ ਸਰੀਰ ਦੇ ਵਿੱਚ ਚਿੜਚਿੜਾਪਣ ਆਪਾਂ ਕਹਿ ਦਈਏ, ਇਰੀਟੇਸ਼ਨ ਹੋਣ ਲੱਗ ਜਾਂਦੀ, ਕਿਸੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਹਰ ਇੱਕ ਬੰਦੇ 'ਤੇ ਗੁੱਸਾ ਆਉਂਦਾ ਰਹਿੰਦਾ ਹੈ ਨਾ ਆਪਾਂ ਨੂੰ, ਇੱਦਾਂ ਦਾ ਵੀ ਹੁੰਦਾ ਸੀ? ਬਿਲਕੁਲ ਸਰ, ਇਹਦੇ ਨਾਲ ਜਦੋਂ ਸਿਰ ਪੀੜ ਹੁੰਦਾ ਸੀਗਾ ਅਤੇ ਮਤਲਬ ਕਿ ਮੈਨੂੰ ਆਪਣੇ ਆਪ 'ਤੇ ਹੀ ਬਹੁਤ ਗੁੱਸਾ ਚੜ੍ਹਦਾ ਸੀ। ਆਪਦੇ ਆਪ 'ਤੇ ਚੜ੍ਹਨਾ, ਜਾਂ ਜੇ ਘਰੇ ਆ ਅਤੇ ਘਰੇ ਬੱਚਿਆਂ ਨੂੰ ਖਿੱਚ ਕੇ ਬੋਲਣਾ, ਘਰਦਿਆਂ ਨੂੰ ਕਿਸੇ ਵੀ ਗੱਲ ਤੋਂ ਮਾੜੀ ਗੱਲ ਤੋਂ ਕਈ ਵਾਰੀ ਲੜਾਈ ਦੇ ਇਹੋ ਜਿਹੀ
ਕੰਮ ਬਣ ਜਾਂਦਾ ਸੀ। ਇਹ ਫਿਰ ਤੁਹਾਨੂੰ ਪਤਾ ਲੱਗਦਾ ਹੁੰਦਾ ਸੀ ਕਿ ਵੀ ਮੇਰੀ ਬਿਮਾਰੀ ਜਿਹੜੀ ਮਾਈਗ੍ਰੇਨ ਦੀ ਤੁਸੀਂ ਦੱਸੀ ਆ, ਪ੍ਰੋਬਲਮ ਦੱਸੀ ਆ, ਵੀ ਉਹਦੇ ਕਰਕੇ ਹੀ ਮੈਨੂੰ ਗੁੱਸਾ ਆ ਰਿਹਾ, ਕਿ ਉਦੋਂ ਕੁਝ ਵੀ ਨਹੀਂ ਯਾਦ ਰਹਿੰਦਾ ਸੀ? ਕੁਝ ਵੀ ਨਹੀਂ, ਉਦੋਂ ਕੁਛ ਨਹੀਂ ਇਹੋ ਜਿਹਾ ਧਿਆਨ ਜਾਂਦਾ ਸੀ। ਉਦੋਂ ਤਾਂ ਬਸ ਇੱਦਾਂ ਹੁੰਦਾ ਸੀ ਕਿ ਮੇਰਾ ਸਿਰ ਪੀੜ ਹੁੰਦਾ ਪਿਆ ਅਤੇ ਬਸ ਮੈਨੂੰ ਕੋਈ ਬੁਲਾਵੇ ਨਾ, ਵੀ ਮੈਂ ਚੁੱਪ ਕਰਕੇ ਮੈਂ ਆਪਦੇ ਰੂਮ ਦੇ ਵਿੱਚ ਅਲੱਗ ਹੋ ਕੇ ਅਤੇ ਮੈਡੀਸਨ ਖਾਧੀ ਹੈ, ਖਾ ਕੇ ਅਤੇ ਮੈਂ ਪੈ ਜਾਵਾਂ, ਅਤੇ ਉਸ ਤੋਂ ਬਾਅਦ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ। ਅਤੇ ਕੰਟਰੋਲ ਫਿਰ ਜੇ ਕਦੇ ਤਾਂ ਮਾਈਂਡ 'ਚ ਆਉਂਦਾ ਹੋਊ ਕਿ ਯਾਰ ਮੈਂ ਕੰਟਰੋਲ ਕਰਨਾ, ਹੈ ਨਾ, ਅਤੇ ਕੰਟਰੋਲ ਫਿਰ ਕਰਦੇ ਵੀ ਸੀ ਕਿ ਨਹੀਂ? ਉਹ ਕੰਟਰੋਲ ਤਾਂ ਹੁੰਦਾ ਹੀ ਸੀਗਾ ਜੀ, ਕਿਉਂਕਿ ਜੇ ਆਪਾਂ ਗੁੱਸੇ ਦੇ ਵਿੱਚ ਵਾਈਫ ਨਾਲ ਜਾਂ ਬੱਚਿਆਂ ਨੂੰ ਗੁੱਸੇ ਨਾਲ ਬੋਲਤਾ, ਉਸ ਤੋਂ ਬਾਅਦ ਪਛਤਾਵਾ ਤਾਂ ਹੁੰਦਾ ਹੀ ਹੈ ਵੀ ਹਾਂ, ਜਦੋਂ ਮੈਂ ਉਸ ਤੋਂ ਬਾਅਦ ਜਦੋਂ ਮੈਂ ਠੀਕ ਹੋਣ ਬਾਅਦ 'ਚੋਂ ਪਛਤਾਵਾ ਤਾਂ ਹੁੰਦਾ ਹੈਗਾ ਸੀਗਾ ਵੀ ਮੈਂ ਇਹਨਾਂ ਨੂੰ ਕਿਉਂ ਬੋਲਿਆ, ਵੀ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਇੱਦਾਂ ਖਿੱਚ ਕੇ। ਠੀਕ ਹੈ, ਮਤਲਬ ਕਿ ਜਿਵੇਂ ਸਪੋਜ਼ ਕਰੋ ਕਿ ਤੁਸੀਂ ਰਾਤ ਨੂੰ ਘਰ ਆਏ, ਹੈ ਨਾ, ਮਤਲਬ ਉਹ ਪ੍ਰੋਬਲਮ ਤੁਹਾਨੂੰ ਸਟਾਰਟ ਹੋਈ ਆ, ਅਤੇ ਸਵੇਰੇ ਉੱਠ ਕੇ ਬਾਅਦ 'ਚ ਪਛਤਾਵਾ ਹੋਣਾ ਕਿ ਮੈਂ ਰਾਤ ਮਤਲਬ ਬੱਚਿਆਂ ਨੂੰ ਇੱਦਾਂ ਬੋਲਿਆ, ਜਾਂ ਮਤਲਬ ਘਰੇ ਆਪਣੇ, ਹੈ ਨਾ, ਮਤਲਬ ਇੱਦਾਂ ਦੇ ਕਾਰਨ ਬਣ ਗਏ ਮੇਰੀ ਬਿਮਾਰੀ ਕਰਕੇ। ਅਤੇ ਕੀ ਲੱਗਦਾ ਸੀ ਉਦੋਂ ਕਿ ਮਤਲਬ ਜਿਹੜੀ ਬਿਮਾਰੀ ਆ, ਹੈ ਨਾ, ਇਹ ਲਾਈਫ ਟਾਈਮ ਤੱਕ ਹੀ ਤੁਹਾਨੂੰ ਰਹੂਗੀ, ਜਾਂ ਤੁਹਾਨੂੰ ਕਦੇ ਮਾਈਂਡ ਵਿੱਚ ਆਉਂਦਾ ਸੀ ਕਿ ਯਾਰ ਇਹਦਾ ਸੋਲਿਊਸ਼ਨ ਵੀ ਹੋ ਸਕਦਾ? ਮੈਨੂੰ ਤਾਂ ਇੱਦਾਂ ਹੀ ਲੱਗਦਾ ਸੀਗਾ ਕਿ ਮੈਨੂੰ ਜਿਹੜੀ ਆ ਸਿਰ ਪੀੜ ਦੀ ਗੋਲੀ ਮੈਨੂੰ ਮਤਲਬ ਕਿ ਪੂਰਾ ਇਹ ਉਮਰ ਹੀ ਖਾਣੀ ਪਊਗੀ, ਮੈਨੂੰ ਇਹੀ ਮਹਿਸੂਸ ਹੁੰਦਾ ਸੀ। ਅਤੇ ਫਿਰ ਜਿਹੜੀਆਂ ਰਿਪੋਰਟਸ ਵਗੈਰਾ ਆਈਆਂ ਤੁਹਾਡੀਆਂ ਹੌਸਪੀਟਲ ਦੀਆਂ, ਜਦੋਂ ਤੁਹਾਨੂੰ ਪਤਾ ਲੱਗਦਾ ਕਿ ਮਾਈਗ੍ਰੇਨ ਦੀ ਪ੍ਰੋਬਲਮ, ਵੈਸੇ ਤੁਸੀਂ ਪਹਿਲਾਂ ਸੁਣਿਆ ਵੀ ਹੋਣਾ ਕਿ ਮਾਈਗ੍ਰੇਨ ਦੀ ਪ੍ਰੋਬਲਮ ਕਾਫੀ ਲੋਕਾਂ ਨੂੰ ਆ, ਹੈ ਨਾ, ਅਤੇ ਜਦੋਂ ਇਹ ਪਤਾ ਲੱਗਦਾ ਕਿ ਖੁਦ ਯਾਰ ਮੈਨੂੰ ਵੀ ਮਾਈਗ੍ਰੇਨ ਦੀ ਪ੍ਰੋਬਲਮ ਆ, ਹੈ ਨਾ, ਉਦੋਂ ਫਿਰ ਤੁਹਾਡਾ ਰਿਐਕਸ਼ਨ ਜਾਂ ਕੀ ਮਨ ਦੇ ਵਿੱਚ ਖਿਆਲ ਕਿੱਦਾਂ ਦੇ ਆਉਂਦੇ ਸੀ? ਮੈਨੂੰ ਇੱਦਾਂ ਜੀ, ਜਿਵੇਂ ਹੁਣ ਸਿਰ ਪੀੜ ਹੁੰਦਾ, ਕਈਆਂ ਨੇ ਕਹਿ ਦੇਣਾ ਕਿ ਤੁਸੀਂ ਨਾ ਐਂ ਕਰੋ, ਸੂਰਜ ਨੂੰ ਜਲ ਦਿਆ ਕਰੋ, ਅਤੇ ਮੈਂ ਸੂਰਜ ਨੂੰ ਜਲ ਦਿੰਦਾ ਰਿਹਾ, ਅਤੇ ਮੈਂ ਕਿਹਾ ਸ਼ਾਇਦ ਸਿਰ ਪੀੜ ਸਹੀ ਹੋ ਜਾਵੇ, ਪਰ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਗਾ। ਅਤੇ ਉਸ ਤੋਂ ਬਾਅਦ ਮਤਲਬ ਕਿ ਜਿਵੇਂ ਹੁਣ ਪਹਿਲਾਂ ਪਿੰਡ ਵਾਲੇ ਡਾਕਟਰ ਤੋਂ, ਫਿਰ ਉਸ ਤੋਂ ਜਿਵੇਂ ਮਤਲਬ ਕਿ ਸ਼ਹਿਰ ਦੇ ਵਿੱਚ ਗਏ, ਉੱਥੋਂ ਕਿਸੇ ਡਾਕਟਰ ਤੋਂ ਮਤਲਬ ਕਿ ਦਵਾਈ ਲਈ। ਉਹ ਦਵਾਈ ਪਹਿਲਾਂ ਤਾਂ ਆਪਦਾ ਟਰੀਟਮੈਂਟ ਸ਼ੁਰੂ ਕਰਦੇ ਸੀਗੇ ਜੀ, ਬਿਨਾਂ ਕੋਈ ਟੈਸਟ, ਕੁਛ ਨਹੀਂ, ਉਹਨਾਂ ਦਵਾਈ ਦੇਣੀ ਹੈ, ਜਿੰਨਾ ਚਿਰ ਦਵਾਈ ਚੱਲੀ ਜਾਣੀ ਹੈ ਉਹਨਾਂ ਚਿਰ ਫਰਕ ਰਹਿਣਾ। ਉਸ ਤੋਂ ਬਾਅਦ ਫਿਰ ਜਦੋਂ ਕਈ ਵਾਰੀ ਕਿ ਇੱਦਾਂ ਹੁੰਦਾ ਸੀ ਮਹੀਨਾ ਹੀ ਸਹੀ ਲੰਘ ਜਾਂਦਾ ਸੀ, ਪਰ ਉਸ ਤੋਂ ਬਾਅਦ ਉਹ ਸਿਰ ਪੀੜ ਦੀ ਸਮੱਸਿਆ ਫਿਰ ਆ ਜਾਣੀ। ਅਤੇ ਜੇ ਗੱਲ ਕਰੀਏ ਆਪਾਂ ਖਰਚੇ ਦੀ, ਹੈ ਨਾ, ਫਿਰ ਖਰਚਾ ਵੀ ਕਾਫੀ ਆ ਜਾਂਦਾ ਹੋਣਾ ਜੀ, ਅਤੇ ਕਿੰਨਾ ਕੁ ਖਰਚਾ ਸੀਗਾ ਤੁਹਾਡਾ ਐਸਟੀਮੇਟ, ਜੇ ਆਪਾਂ ਗੱਲ ਕਰੀਏ ਮਹੀਨੇ ਦਾ ਕਿੰਨਾ ਕੁ ਖਰਚਾ ਆ ਜਾਂਦਾ ਸੀਗਾ ਜੀ? ਮੇਰੇ ਤਕਰੀਬਨ 2000 ਤੋਂ 2500 ਰੁਪਏ ਦੀ ਮਹੀਨੇ ਦੀ ਦਵਾਈ ਆਉਂਦੀ ਸੀ ਜੀ। ਅਤੇ ਫਿਰ ਮਹੀਨੇ ਦੀ ਸੇਵਿੰਗ ਕਿੰਨੀ ਕੁ ਹੁੰਦੀ ਸੀ? ਸੇਵਿੰਗ ਤਾਂ ਕਿਥੇ, ਜਿਹੜੀ ਸੇਵਿੰਗ ਹੋਣੀ ਸੀ ਉਹ ਤਾਂ ਸਾਰੇ ਦਵਾਈਆਂ 'ਤੇ ਜਾਂਦੇ ਸੀ ਜੀ। ਠੀਕ ਹੈ, ਅਤੇ ਇੱਕ ਫਿਰ ਪਰਿਵਾਰ ਨੂੰ ਅੱਗੇ ਚਲਾਉਣਾ, ਘਰ ਦਾ ਖਰਚਾ ਕਰਨਾ, ਘਰ ਦਾ ਗੁਜ਼ਾਰਾ ਚਲਾਉਣਾ, ਹੈ ਨਾ, ਇਹ ਕਾਫੀ ਮਾਈਂਡ ਦੇ ਵਿੱਚ ਸਵਾਲ ਆਉਂਦੇ ਹੋਣਗੇ ਕਿ ਕਿਵੇਂ ਚੱਲੂਗਾ, ਕਿਉਂਕਿ ਜਿੰਨਾ ਵੀ ਬੱਚਤ ਹੋ ਰਹੀ ਹੈ, ਜਿੰਨੀ ਸਾਰੀ ਹੋ ਰਹੀ ਆ, ਅਤੇ ਉਹ ਸਾਰੀ ਪਰਿਵਾਰ ਦੀ ਮੈਡੀਸਨ 'ਤੇ, ਹੈ ਨਾ, ਦੂਜਾ ਮੇਰੀ ਮੈਡੀਸਨ 'ਤੇ ਪਰਿਵਾਰ ਦੇ ਗੁਜ਼ਾਰੇ ਦੇ, ਮਤਲਬ ਉਹਦੇ ਲਈ ਤਾਂ ਕੁਛ ਬਚਦਾ ਹੀ ਨਹੀਂ ਗਾ। ਠੀਕ ਆ, ਫਿਰ ਕੋਈ ਮਤਲਬ ਤੁਹਾਨੂੰ ਪਤਾ ਲੱਗਦਾ ਕਿ ਡਾਕਟਰ ਵਰਿੰਦਰ ਭੁੱਲਰ ਦਾ ਜੋ ਸੈਂਟਰ ਹੈ ਨਾ, ਇਹਦੇ ਬਾਰੇ ਤੁਹਾਨੂੰ ਫਿਰ ਜੇ ਆਪਾਂ ਗੱਲ ਕਰੀਏ ਕਿ ਇੱਕ ਉਮੀਦ ਬੰਦੇ ਦੇ ਮਨ 'ਚ ਆਉਂਦੀ ਹੈ ਕਿ ਇੱਕ ਵਾਰ ਦਵਾਈ ਲੈ ਕੇ ਦੇਖ ਲੈਂਦੇ ਹਾਂ, ਹੈ ਨਾ, ਪਰ ਕਿਤੇ ਨਾ ਕਿਤੇ ਮਾਈਂਡ ਵਿੱਚ ਇਹ ਵੀ ਆਉਂਦਾ ਕਿ ਯਾਰ ਵੀ ਇਹਨਾਂ ਕੋਲੋਂ ਕੀ ਹੋਣਾ, ਹੈ ਨਾ, ਕਿ ਇੰਨੇ ਹੌਸਪੀਟਲ ਤੋਂ ਮਤਲਬ ਮੈਂ ਮੈਡੀਸਨ ਮੈਨੂੰ ਖਾਂਦਿਆਂ ਨੂੰ ਹੋ ਗਿਆ, ਜਾਂ ਲੋਕ ਮੈਨੂੰ ਕਹਿ ਰਹੇ ਸੀ ਕਿ ਜਿਵੇਂ ਤੁਸੀਂ ਦੱਸਿਆ ਸੂਰਜ ਨੂੰ ਪਾਣੀ ਦੇਣਾ, ਇਹ ਵੀ ਦੇ ਕੇ ਦੇਖ ਲਿਆ, ਪਰ ਇੱਕ ਵਾਰ ਜਿਵੇਂ ਗਿਆ ਵੀ, ਹੈ ਨਾ, ਕੀ ਪਤਾ ਇਲਾਜ ਨਾ ਹੋਵੇ, ਖਰਚਾ ਹੋ ਜਾਣਾ ਵਾਧੂ ਦਾ। ਮਾਈਂਡ ਵਿੱਚ ਇਹ ਸਵਾਲ ਆਉਂਦਾ ਕਿ ਦਵਾਈ ਠੀਕ ਆ ਯਾਰ, ਆਪਾਂ ਦਵਾਈ ਖਾਈ ਜਾਂਦੇ ਹਾਂ ਬਸ, ਠੀਕ ਆ, ਉੱਥੇ ਗਿਆ ਉਹਨਾਂ ਨੇ ਐਵੇਂ 3000 4000 ਰੁਪਇਆ ਲੈ ਲੈਣਾ, ਪਰ ਮੇਰੀ ਬਿਮਾਰੀ ਫਿਰ ਨਹੀਂ ਠੀਕ ਹੋਣੀ। ਕਿੱਥੇ ਮੇਰਾ ਹੁਣ 2000 ਰੁਪਇਆ ਮਹੀਨੇ ਦਾ ਖਰਚਾ ਆਉਂਦਾ, ਪਰ ਮੈਂ ਜੇ ਉਹਨਾਂ ਕੋਲ ਗਿਆ 3000 4000 ਰੁਪਇਆ ਖਰਚਾ ਜੋ ਜਿੰਨਾ ਵੀ ਆਇਆ ਵੀ ਉਹ ਵਾਧੂ ਦਾ ਆ ਜਾਣਾ। ਜੇ ਮੇਰੀ ਬਿਮਾਰੀ ਨਾ ਵੀ ਠੀਕ ਹੋਈ ਫਿਰ ਮੇਰਾ ਤਾਂ ਨੁਕਸਾਨ ਹੋ ਗਿਆ। ਇੱਦਾਂ ਦਾ ਵੀ ਕੁਛ ਮਾਈਂਡ ਦੇ ਵਿੱਚ ਆਉਂਦਾ ਸੀ? ਬਿਲਕੁਲ ਸਰ, ਇੱਦਾਂ ਦਾ ਹੁੰਦਾ ਹੀ ਸੀਗਾ। ਜਦੋਂ ਕਿਸੇ ਨੇ ਵੀ ਮਤਲਬ ਕਿ ਜਦੋਂ ਕਿਸੇ ਨੂੰ ਮੈਂ ਅੱਗੇ ਦੋਸਤ ਦੇ ਅੱਗੇ ਕਿਸੇ ਦੇ ਅੱਗੇ ਗੱਲ ਕਰਨੀ ਹੈ ਵੀ ਮੇਰਾ ਯਾਰ ਸਿਰ ਪੀੜ ਬਹੁਤ ਜ਼ਿਆਦਾ ਹੁੰਦਾ, ਮੇਰੇ ਤੋਂ ਕੰਮ ਨਹੀਂ ਹੁੰਦਾ, ਵੀ ਉਸ ਤੋਂ ਬਾਅਦ ਮਤਲਬ ਕਿ ਮੈਨੂੰ ਖੇਚ ਚੜੀ ਜਾਣੀ ਹੈ, ਆਪਦੇ ਆਪ 'ਤੇ ਗੁੱਸਾ ਚੜ੍ਹਨਾ ਵੀ ਮੈਂ ਦਵਾਈ ਵੀ ਸਾਰੀ ਉਮਰ ਮੈਂ ਦਵਾਈ 'ਤੇ ਹੀ ਕੱਟਣੀ ਹੈ। ਅਤੇ ਉਸ ਤੋਂ ਬਾਅਦ ਕਿ ਹੁਣ ਜਿਹੜੀ ਸੇਵਿੰਗ ਹੋਣੀ ਹੁੰਦੀ ਸੀ ਉਹ ਸਾਰਾ ਜੋ ਖਰਚਾ ਸੀਗਾ ਉਹ ਸਾਰਾ ਦਵਾਈਆਂ 'ਤੇ ਹੀ ਜਾਂਦਾ ਸੀ। ਅਤੇ ਫਿਰ ਮੇਰੇ ਇੱਥੋਂ ਡਾਕਟਰ ਵਰਿੰਦਰ ਭੁੱਲਰ ਸਿੰਘ ਜੀ ਬਾਰੇ ਵੀ ਮੈਨੂੰ ਮੇਰੇ ਦੋਸਤ ਨੇ ਹੀ ਦੱਸਿਆ ਸੀ। ਅਤੇ ਉਦੋਂ ਜਦੋਂ ਉਹਨਾਂ ਨੇ ਦੱਸਿਆ ਤਾਂ ਮੈਂ ਉਹਨਾਂ ਨੂੰ ਇਹੀ ਸਵਾਲ ਕੀਤਾ ਸੀ, ਮੈਂ ਕਿਹਾ ਯਾਰ ਮੈਂ ਇੰਨੇ ਡਾਕਟਰਾਂ ਤੋਂ MBBS ਡਾਕਟਰ ਹੈ ਜਿਹੜੇ, ਉਹਨਾਂ ਤੋਂ ਦਵਾਈਆਂ ਖਾ ਕੇ ਦੇਖ ਲਈਆਂ ਪਰ ਮੈਨੂੰ ਫ਼ਰਕ ਨਹੀਂ ਪਿਆ ਗਾ, ਅਤੇ ਇੱਥੋਂ ਮੈਨੂੰ ਫ਼ਰਕ ਪੈ ਜਾਊਗਾ। ਅਤੇ ਫਿਰ ਮਨ ਦੇ ਵਿੱਚ ਇਹੀ ਸਵਾਲ ਸੀ ਵੀ ਇਹ ਨਾ ਹੋਵੇ ਕਿ ਮੈਂ ਇੱਥੇ ਹੀ ਜਿਵੇਂ ਮਤਲਬ ਕਿ ਉੱਥੇ ਮੈਂ ਦਵਾਈਆਂ 'ਤੇ ਖਰਚਾ ਕੀਤਾ, ਇੱਥੇ ਵੀ ਮੈਂ ਉਵੇਂ ਦਵਾਈ 'ਤੇ ਖਰਚਾ ਕਰਾਂ ਅਤੇ ਫ਼ਰਕ ਮੈਨੂੰ ਕਿਸੇ ਗੱਲ ਦਾ ਪਵੇ ਨਾ।
ਹਾਂਜੀ। ਕਿਉਂਕਿ ਜਿਹੜੇ ਬੰਦੇ ਦੀ ਸੇਵਿੰਗ ਹੁੰਦੀ ਆ ਹੈ ਨਾ, ਇੱਕ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੋਇਆ ਹੁੰਦਾ, ਉਹਦੇ ਲਈ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ। ਵੈਸੇ ਨੋਰਮਲ ਬੰਦੇ ਨੂੰ ਆਪਾਂ ਕਹੀਏ ਕਿ 2000 ਰੁਪਏ ਦੀ ਦਵਾਈ ਆ ਹੈ ਨਾ, 3000 ਦੀ ਆ, ਨੋਰਮਲ ਬੰਦਾ ਕਈ ਵਾਰ ਕਹਿੰਦਾ ਕਿ ਯਾਰ ਮੈਂ ਠੀਕ ਹੋਣਾ ਚਾਹੀਦਾ, ਜੇ ਤੂੰ ਗਰੰਟੀ ਲੈ ਰਿਹਾ ਇਸ ਚੀਜ਼ ਦੀ ਕਿ ਮੈਂ ਬਿਲਕੁਲ ਠੀਕ ਹੋ ਜਾਊਂਗਾ, ਮੈਂ 3000 ਰੁਪਏ ਲਾਉਣ ਨੂੰ ਤਿਆਰ ਆ। ਪਰ ਜਿਹੜੇ ਬੰਦਿਆਂ ਦੀ ਮਤਲਬ ਸੇਵਿੰਗ ਕੱਢ ਕੇ ਵੀ ਪਰਿਵਾਰ ਦੇ ਗੁਜ਼ਾਰੇ ਲਈ ਕੁਝ ਨਹੀਂ ਬਚਦਾ, ਉਹਦੇ ਲਈ ਇਹ ਚੀਜ਼ ਬਹੁਤ ਔਖੀ ਹੁੰਦੀ ਆ ਹੈ ਨਾ। ਅਤੇ ਫਿਰ ਤੁਹਾਨੂੰ ਕਿਵੇਂ ਤੁਸੀਂ ਮਨ ਬਣਾਇਆ ਇੱਕ ਵਾਰੀ ਕਿ ਤੁਸੀਂ ਇੱਥੇ ਡਾਕਟਰ ਸਾਹਿਬ ਨੂੰ ਮਿਲੇ ਪਹਿਲਾਂ ਆ ਕੇ, ਜਾਂ ਕਿਵੇਂ ਤੁਹਾਡਾ ਮਨ ਬਣਿਆ ਕਿ ਚਲੋ ਇੱਕ ਵਾਰ ਦੇਖਦੇ ਹਾਂ ਕਿ ਇੱਕ ਨਵਾਂ ਉਮੀਦ ਮਨ 'ਚ ਲੈ ਕੇ ਤੁਸੀਂ ਕਿਵੇਂ ਫਿਰ ਇੱਥੇ ਆਏ? ਮੇਰਾ ਦੋਸਤ ਸੀਗਾ ਜੀ, ਕੋਟੀ ਸੇਖਾਂ ਤੋਂ ਹੀ ਹੈ, ਅਤੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਤੁਸੀਂ ਐਂ ਕਰੋ ਵੀ ਤੁਸੀਂ ਮੇਰੇ ਕਹੇ 'ਤੇ ਇੱਕ ਵਾਰੀ ਡਾਕਟਰ ਰਵਿੰਦਰ ਸਿੰਘ ਭੁੱਲੇ ਜੀ ਤੋਂ ਦਵਾਈ ਲਓ। ਵੀ ਉਹ ਪਹਿਲਾਂ ਸ਼ੂਗਰ ਦੇ ਪੇਸ਼ੈਂਟ ਸੀਗੇ, ਕਹਿੰਦੇ ਵੀ ਮੈਨੂੰ ਮੇਰੇ ਸ਼ੂਗਰ ਤੋਂ ਮਤਲਬ ਕਿ ਮੈਂ ਹੁਣ ਬਿਲਕੁਲ ਮੈਂ ਮਿੱਠਾ ਵੀ ਖਾ ਸਕਦਾ, ਮੈਂ ਸਭ ਕੁਛ, ਮੇਰੀ ਇੱਥੋਂ ਤੱਕ ਸ਼ੂਗਰ ਹੋ ਜਾਂਦੀ ਸੀਗੀ ਅਤੇ ਮੈਂ ਬਿਲਕੁਲ ਠੀਕ ਹਾਂ ਹੁਣ। ਮਤਲਬ ਕਿ ਉਹ ਜਿਹੜੇ ਤੁਹਾਡੇ ਫਰੈਂਡ ਸੀਗੇ ਉਹਨਾਂ ਦੀ ਪਹਿਲਾਂ ਆਲਰੇਡੀ ਮੈਡੀਸਨ ਇੱਥੋਂ ਚੱਲ ਰਹੀ ਸੀ? ਹਾਂਜੀ, ਠੀਕ ਹੈ। ਉਹ ਪਹਿਲਾਂ ਇੱਥੋਂ ਦਵਾਈ ਲੈ ਰਹੇ ਸੀਗੇ ਅਤੇ ਉਹਨਾਂ ਦੀ ਸ਼ੂਗਰ ਦੀ ਸੀਗੀ, ਉਹ ਸ਼ੂਗਰ ਦੀ ਉਹਨੇ ਮੈਨੂੰ ਬਾਅਦ 'ਚ ਰਿਪੋਰਟਸ ਵੀ ਦਿਖਾਈਆਂ ਸ਼ੂਗਰ ਦੀਆਂ, ਕਹਿੰਦੇ ਕਿ ਆਹ ਦੇਖੋ, ਇਹ ਮੈਂ ਖਾਣਾ ਖਾਣ ਤੋਂ ਬਾਅਦ ਸ਼ੂਗਰ ਚੈੱਕ ਕਰਾਈ ਹੈ ਅਤੇ ਆਹ ਬਿਲਕੁਲ ਨੋਰਮਲ ਆਉਂਦੀ ਪਈ ਹੈ। ਫਿਰ ਮੇਰੇ ਮਨ ਦੇ ਵਿੱਚ ਇੱਕ ਆਸ ਜੀ ਜਾਗੀ ਕਿ ਚਲੋ ਵੀ ਆਪਾਂ ਇੱਥੋਂ ਵੀ ਲੈ ਕੇ ਦੇਖ ਲਈਏ, ਹੋ ਸਕਦਾ ਕਿ ਮੈਨੂੰ ਫਰਕ ਪੈ ਜਾਵੇ। ਤੁਸੀਂ ਕਿੰਨੇ ਟਾਈਮ ਬਾਅਦ ਮਨ ਬਣਾਇਆ ਕਿ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇੱਕ ਵਾਰ ਆਪਾਂ ਤੁਹਾਡਾ ਫਰੈਂਡ ਤੁਹਾਨੂੰ ਸੁਜੈਸਟ ਕਰਦਾ ਕਿ ਇੱਕ ਵਾਰ ਜਾ ਕੇ ਦੇਖੋ, ਕਿੰਨੇ ਟਾਈਮ ਬਾਅਦ ਫਿਰ ਤੁਸੀਂ ਆਏ ਇੱਥੇ? ਮੈਂ ਜੀ ਫਿਰ ਵੀ 2-3 ਦਿਨ ਮੈਂ ਸੋਚਣ 'ਤੇ ਲਾਤੇ ਵੀ ਲਵਾਂ ਦਵਾਈ ਲੈਣ ਜਾਵਾਂ ਜਾਂ ਨਾ ਲੈਣ ਜਾਵਾਂ। ਫਿਰ ਘਰ ਵਾਈਫ ਨਾਲ ਸਲਾਹ ਕੀਤੀ, ਫਿਰ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ, ਜੇ ਵੀਰੇ ਨੂੰ ਫਰਕ ਪਿਆ ਅਤੇ ਹੋ ਸਕਦਾ ਵੀ ਤੁਹਾਨੂੰ ਵੀ ਫਰਕ ਪੈ ਜਾਵੇ, ਵੀ ਤੁਸੀਂ ਦਵਾਈ ਤਾਂ ਖਾ ਕੇ ਦੇਖੋ। ਅਤੇ ਫਿਰ ਤੁਸੀਂ ਆਪਣੇ ਫਰੈਂਡ ਨਾਲ ਗੱਲਬਾਤ ਕੀਤੀ ਕਿ ਮੈਂ ਜਾਣ ਲਈ ਤਿਆਰ ਹਾਂ? ਹਾਂਜੀ। ਫਿਰ ਮੈਂ ਉਹਨਾਂ ਨੂੰ ਫ਼ੋਨ ਲਾਇਆ ਵੀ ਵੀਰ ਜੀ ਵੀ ਮੈਨੂੰ ਦੱਸੋ ਜਾਂ ਵੀ ਕਿਵੇਂ ਵੀ ਉੱਥੇ ਆਪਾਂ ਜਾਣਾ ਹੈ ਅਤੇ ਤੁਸੀਂ ਮੇਰੇ ਨਾਲ ਚੱਲੋ। ਫਿਰ ਉਹ ਤੁਹਾਡੇ ਨਾਲ ਆਏ? ਹਾਂਜੀ, ਉਹ ਮੇਰੇ ਨਾਲ ਆਏ ਸੀ। ਅਤੇ ਫਸਟ ਡੇ ਦਾ ਫਿਰ ਤੁਹਾਡਾ ਪ੍ਰੋਸੈਸ ਕਿਵੇਂ ਰਿਹਾ ਜਦੋਂ ਤੁਸੀਂ ਇੱਥੇ ਆਉਣੇ ਹੋ ਹੈ ਨਾ, ਬਾਅਦ ਵਿੱਚ ਕਿੱਦਾਂ ਦਾ ਫੀਲ ਹੁੰਦਾ ਤੁਹਾਨੂੰ? ਫਸਟ ਡੇ 'ਤੇ ਜਦੋਂ ਮੈਂ ਆਇਆ ਜੀ, ਅਤੇ ਜਦੋਂ ਮੈਨੂੰ ਉਹਨਾਂ ਨੇ ਦਵਾਈਆਂ ਦਿੱਤੀਆਂ ਨੇ, ਮੈਡੀਸਨ ਦਿੱਤੀ ਇੱਥੋਂ ਦਿੱਤੀ ਹੈ, ਅਤੇ ਵੱਡੀ ਗੱਲ ਹੈ ਕਿ ਉਹਨਾਂ ਦੀ ਕਾਉਂਸਲਿੰਗ, ਡਾਕਟਰ ਸਾਹਿਬ ਦੀ ਜੋ ਕਾਉਂਸਲਿੰਗ ਹੈ, ਉਹਨਾਂ ਦੀ ਕਾਉਂਸਲਿੰਗ 'ਤੇ ਹੀ ਮੈਨੂੰ ਬੜਾ ਆਪਦੇ ਆਪ 'ਚ ਮਹਿਸੂਸ ਹੋਣ ਲੱਗ ਗਿਆ ਸੀ ਵੀ ਇੱਥੋਂ ਮੈਂ ਠੀਕ ਹੋ ਕੇ ਜਾਊਂਗਾ। ਮਤਲਬ ਪਹਿਲੇ ਪ੍ਰਭਾਵ ਦੇ ਵਿੱਚ ਹੀ ਤੁਹਾਨੂੰ ਇਹ ਹੋ ਗਿਆ ਸੀਗਾ ਫੀਲ ਕਿ ਬਈ ਮੈਂ ਹੁਣ ਸਹੀ ਜਗ੍ਹਾ 'ਤੇ ਆ ਗਿਆ? ਬਿਲਕੁਲ ਜੀ। ਮੈਂ ਇਹੀ ਸੋਚਿਆ, ਜਦੋਂ ਡਾਕਟਰ ਸਾਹਿਬ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ, ਮੈਨੂੰ ਸਮਝਾਇਆ, ਦੱਸਿਆ ਜੋ ਉਹਨਾਂ ਦੀ ਕਾਉਂਸਲਿੰਗ ਹੁੰਦੀ ਹੈ, ਉਹਨਾਂ ਨੇ ਦੱਸਿਆ ਵੀ ਇਸ ਬਿਮਾਰੀ ਬਾਰੇ ਜਦੋਂ ਦੱਸਿਆ ਮੈਨੂੰ, ਅਤੇ ਫਿਰ ਮੈਨੂੰ ਆਪਦੇ ਆਪ ਹੀ ਜਿਵੇਂ ਮਨ ਦੇ ਵਿੱਚ ਹੋ ਜਾਂਦਾ ਹੈ ਕਿ ਮੈਨੂੰ ਇੱਥੋਂ ਫਰਕ ਪੈ ਜਾਊਗਾ। ਅਤੇ ਉਸ ਤੋਂ ਬਾਅਦ ਮੈਂ ਜਦੋਂ ਦਵਾਈ ਖਾਧੀ ਹੈ ਅਤੇ ਹੌਲੀ ਹੌਲੀ ਮੈਨੂੰ ਫਰਕ ਪੈਣਾ ਸਟਾਰਟ ਵੀ ਹੋਇਆ। ਕਿੰਨੇ ਟਾਈਮ ਦੀ ਦਵਾਈ ਤੁਹਾਨੂੰ ਪਹਿਲੀ ਵਾਰ ਦਿੱਤੀ ਸੀਗੀ? ਮੈਨੂੰ ਪਹਿਲੀ ਵਾਰੀ 15 ਦਿਨ ਦੀ ਦਵਾਈ ਦਿੱਤੀ ਸੀ। ਅਤੇ ਕਿੰਨੇ ਕੁ ਦਿਨ ਬਾਅਦ ਫਰਕ ਪੈ ਗਿਆ ਸੀਗਾ? ਮੈਨੂੰ ਪਹਿਲੇ 10-15 ਪਹਿਲੀ ਸਮਝ ਲਓ ਕਿ ਪਹਿਲੀ ਦਵਾਈ 'ਤੇ ਮੈਨੂੰ ਕੁਝ ਫਰਕ ਨਹੀਂ ਮਹਿਸੂਸ ਹੋਇਆ। ਅਤੇ ਨੈਕਸਟ ਫਿਰ ਮਤਲਬ ਉਹ ਪ੍ਰੋਬਲਮ ਸੀ ਕਿ ਹਜੇ ਉੱਦਾਂ ਹੀ ਸੀ? ਹਾਂਜੀ, ਉੱਦਾਂ ਸੀ, ਪਰ ਇੰਨਾ ਸੀ ਵੀ ਜਿਹਦੇ ਵਿੱਚ ਮੈਂ ਪੇਨ ਕਿਲਰ ਘਟਾ ਦਿੱਤੀ ਸੀ। ਪਹਿਲੇ 15 ਦਿਨਾਂ ਦੇ ਵਿੱਚ ਤੁਹਾਡੀ ਪੇਨ ਕਿਲਰ ਘਟ ਗਈ ਸੀ? ਪਹਿਲਾਂ ਕਿੰਨੀਆਂ ਖੁਰਾਕਾਂ ਲੈਂਦੇ ਸੀ ਪੇਨ ਕਿਲਰ ਦੀਆਂ? ਪਹਿਲਾਂ ਦਿਨ 'ਚ 2 ਜੀ। ਅਤੇ ਬਾਅਦ ਵਿੱਚ? ਬਾਅਦ ਦੇ ਵਿੱਚ ਇੱਕ ਟਾਈਮ ਲੈਣੀ ਸ਼ੁਰੂ ਕਰਤੀ ਜੀ। ਠੀਕ ਹੈ, ਮਤਲਬ 15 ਦਿਨਾਂ ਬਾਅਦ ਜਿਹੜੀ ਤੁਹਾਡੀ 15 ਦਿਨ ਪਹਿਲਾਂ 2 ਮੈਡੀਸਨ 2 ਆਪਣੀਆਂ ਗੋਲੀਆਂ ਚੱਲਦੀਆਂ ਸੀ ਸ਼ੂਗਰ ਦੀਆਂ, ਉਹ ਇੱਕ ਹੋ ਗਈ? ਉਹ ਇੱਕ ਹੋ ਗਈ ਜੀ। ਮਤਲਬ ਕਿ ਜਿਹੜੀ ਤੁਸੀਂ ਮਾਈਗ੍ਰੇਨ ਦੀ ਜਿਹੜੀ ਤੁਹਾਡੀ ਪ੍ਰੋਬਲਮ ਸੀਗੀ ਹੈ ਨਾ, ਪਹਿਲਾਂ ਤੁਸੀਂ ਇੱਕ ਦਿਨ ਦੇ ਵਿੱਚ 2 ਉਹਦੀਆਂ ਮੈਡੀਸਨ ਲੈਂਦੇ ਸੀ, ਅਤੇ 15 ਦਿਨ ਬਾਅਦ ਹੀ ਫਿਰ ਤੁਸੀਂ ਇੱਕ ਕਰਤੀ ਸੀ, ਜਾਂ ਮਤਲਬ ਪਹਿਲੇ ਦਿਨ ਹੀ ਇੱਕ ਕਰਤੀ ਸੀ? ਨਹੀਂ, ਮੈਂ 15 ਦਿਨ ਤੋਂ ਬਾਅਦ ਹੀ ਇੱਕ ਹੋਈ ਜੀ। 15 ਦਿਨ ਤੋਂ ਬਾਅਦ ਫਿਰ ਕੀ ਪ੍ਰੋਸੈਸ ਸੀ, ਦੁਬਾਰਾ ਫਿਰ ਆਏ ਇੱਥੇ? ਹਾਂਜੀ, 15 ਦਿਨ ਤੋਂ ਬਾਅਦ ਦੁਬਾਰਾ ਫਿਰ ਦਿਖਾਇਆ, ਫਿਰ ਡਾਕਟਰ ਸਾਹਿਬ ਨੇ ਉੱਦਾਂ ਹੀ ਗੱਲਬਾਤ ਮਤਲਬ ਕਿ ਕੀਤੀ ਹੈ, ਅਤੇ ਜਦੋਂ ਮੈਂ ਮਤਲਬ ਕਿ ਉਸ ਤੋਂ ਬਾਅਦ ਜਦੋਂ ਦਵਾਈ ਲੈ ਕੇ ਗਿਆ, ਅਤੇ ਅਗਲੇ ਕੁਛ ਦਿਨਾਂ ਦੇ ਵਿੱਚ ਮਤਲਬ ਕਿ ਮੈਂ ਦੂਸਰੀ ਵੀ ਛੱਡਤੀ ਸੀ। ਜਿਹੜੀ ਇੱਕ ਤੁਸੀਂ ਮੈਡੀਸਨ ਲੈਂਦੇ ਸੀ ਮਾਈਗ੍ਰੇਨ ਦੀ, ਇੱਕ ਤਾਂ ਜਿਹੜੀ ਤੁਸੀਂ ਮੈਡੀਸਨ ਛੱਡੀ ਹੈ 15 ਦਿਨ ਬਾਅਦ, ਅਤੇ ਦੂਸਰੀ ਜਿਹੜੀ ਮੈਡੀਸਨ ਆ ਉਹ ਮਹੀਨੇ ਬਾਅਦ ਛੱਡਤੀ? ਉਹ ਹਾਂਜੀ, ਮਤਲਬ ਕਿ ਅਗਲੇ 15 ਦਿਨਾਂ ਦੇ ਵਿੱਚ ਮੈਂ ਦੂਸਰੀ ਜਿਹੜੀ ਇੱਕ ਟਾਈਮ ਲੈਂਦਾ ਹੁੰਦਾ ਸੀ ਉਹ ਵੀ ਛੱਡਤੀ ਸੀ ਮੈਂ। ਠੀਕ ਹੈ, ਅਤੇ ਮਹੀਨੇ ਵਿੱਚ ਫਰਕ ਪੈ ਗਿਆ ਸੀ? ਮਹੀਨੇ ਵਿੱਚ ਮੈਨੂੰ ਸਿਰ ਪੀੜ ਦਾ ਬਹੁਤ ਫਰਕ ਪੈ ਗਿਆ ਸੀ। ਕਿੰਨੇ ਕੁ ਪਰਸੈਂਟ ਜੇ ਆਪਾਂ ਗੱਲ ਕਰੀਏ 100 ਦੇ ਵਿੱਚੋਂ ਕਿੰਨੇ ਕੁ ਪਰਸੈਂਟ ਫਰਕ ਪੈ ਗਿਆ ਸੀ? ਤਕਰੀਬਨ 60 ਤੋਂ 70% ਫਰਕ ਪੈ ਗਿਆ ਸੀ ਇੱਕ ਮਹੀਨੇ 'ਚ। ਅਤੇ ਜੇ ਆਪਾਂ ਗੱਲ ਕਰੀਏ ਕਿ ਅੱਜ ਦੀ,
ਤੇ ਅੱਜ ਤੁਸੀਂ ਕਿੰਨਾ ਟਾਈਮ ਹੋ ਗਿਆ ਮੈਡੀਸਨ ਲੈਂਦਿਆਂ ਨੂੰ? ਮੈਨੂੰ ਸਰ 6 ਮਹੀਨੇ ਹੋ ਗਏ ਆ। 6 ਮਹੀਨਿਆਂ ਦੇ ਵਿੱਚ ਮੈਂ ਇੱਕ ਵੀ ਪੇਨ ਕਿਲਰ ਨਹੀਂ ਕਦੀ ਲਈ। ਪਹਿਲੇ ਜਿਹੜੇ ਆਪਾਂ ਫਸਟ ਮੰਥ ਦੇ ਵਿੱਚ ਜਦੋਂ ਆਪਾਂ ਲੈਂਦੇ ਰਹੇ ਹਾਂ, ਪਰ ਉਸ ਤੋਂ ਬਾਅਦ ਮੈਨੂੰ ਪੇਨ ਕਿਲਰ ਦੀ ਕੋਈ ਪ੍ਰੋਬਲਮ ਨਹੀਂ ਆਈ ਵੀ ਮੈਂ ਅੱਜ ਤੱਕ ਕੋਈ ਪ੍ਰੋਬਲਮ ਨਹੀਂ? ਨਹੀਂ ਜੀ। ਉਸ ਤੋਂ ਬਾਅਦ ਮੈਂ ਵਿੱਚ ਗੈਪ ਵੀ ਪਾ ਕੇ ਦੇਖਿਆ ਸੀ 15 ਦਿਨ ਦਾ, ਵੀ ਇਹ ਨਾ ਹੋਵੇ ਵੀ ਕਿਤੇ ਉੱਦਾਂ ਹੀ ਮੈਨੂੰ ਦਵਾਈ ਛੱਡਾਂ ਤੇ ਮੈਨੂੰ ਦੁਬਾਰਾ ਫਿਰ ਪ੍ਰੋਬਲਮ ਆਵੇ। ਨਹੀਂ, ਵੀ ਮੈਨੂੰ 15 ਦਿਨ ਫਿਰ ਸਰ ਨੇ ਕਿਹਾ ਸੀ ਵੀ ਤੁਸੀਂ ਆਪਦਾ ਕੋਰਸ ਪੂਰਾ ਕਰੋ। ਇਹ ਕਿੰਨੇ ਟਾਈਮ ਦਾ ਕੋਰਸ ਹੈ ਜੀ? ਇਹ 6 ਮਹੀਨਿਆਂ ਦਾ ਸਰ ਕਿਹਾ ਸੀ। ਠੀਕ ਹੈ। ਤੇ ਅੱਜ ਤੁਹਾਨੂੰ ਮਤਲਬ ਅੱਜ ਤੱਕ 6 ਮਹੀਨੇ ਹੋ ਗਏ ਕੰਪਲੀਟ? ਹਾਂਜੀ, ਹੋ ਗਏ ਜੀ। ਠੀਕ ਹੈ। ਤੇ ਮਤਲਬ ਜੇ ਹੁਣ ਤੁਸੀਂ ਮੈਡੀਸਨ ਛੱਡ ਵੀ ਦਿਓ ਤਾਂ ਤੁਹਾਨੂੰ ਪਹਿਲਾਂ ਵਾਲੀ ਪ੍ਰੋਬਲਮ ਤਾਂ ਨਹੀਂ ਆਉਂਦੀ ਦੁਬਾਰਾ? ਨਹੀਂ ਸਰ, ਹੁਣ ਮੈਨੂੰ ਛੱਡੇ ਨੂੰ ਵੀ ਤਕਰੀਬਨ 15 ਦਿਨ ਤੋਂ ਉੱਪਰ ਹੋ ਗਏ ਆ ਤੇ ਮੈਨੂੰ ਉਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ। ਤੇ ਫੀਲਡ ਵਿੱਚ ਹੁਣ ਪੂਰਾ ਮਨ ਲੱਗਦਾ ਤੁਹਾਡਾ? ਬਿਲਕੁਲ ਸਰ, ਬਿਲਕੁਲ। ਫੀਲਡ ਦੇ ਵਿੱਚ ਮੈਂ ਬਹੁਤ ਕੰਮ ਵਧੀਆ ਕਰਦਾ ਪਿਆ। ਕੋਈ ਇਹੋ ਜਿਹੀ ਮਤਲਬ ਕਿ ਕੋਈ ਬਾਈਕ ਸਾਰੀ ਦਿਹਾੜੀ ਬਾਈਕ 'ਤੇ ਰਹਿਣਾ। ਅੱਗੇ ਮੈਨੂੰ ਮਤਲਬ ਕਿ ਜਦੋਂ ਮੈਂ ਪੇਨ ਕਿਲਰ ਵੀ ਲੈਂਦਾ ਸੀ ਤਾਂ ਮੇਰੇ ਤੋਂ ਬਾਈਕ ਨਹੀਂ ਸੀ ਚੱਲਦੀ ਗੀ। ਕਈ ਵਾਰੀ ਇੱਥੇ ਤੱਕ ਸਮੱਸਿਆ ਬਹੁਤ ਤੇਜ਼ ਪੇਨ ਕਿਲਰ ਤੇਜ਼ ਹੁੰਦੀ ਸੀ ਅਤੇ ਚੱਕਰ ਵੀ ਆਉਣ ਲੱਗ ਜਾਂਦੇ ਸੀ। ਤੇ ਪਰਿਵਾਰ ਦਾ ਫਿਰ ਮਾਹੌਲ ਬਿਲਕੁਲ ਠੀਕ ਆ ਹੁਣ? ਹਾਂਜੀ, ਬਿਲਕੁਲ ਠੀਕ ਹੈ ਜੀ। ਪਰਿਵਾਰ ਵੀ ਪੂਰਾ ਖੁਸ਼ ਹੋਣਾ? ਬਿਲਕੁਲ, ਬੱਚੇ ਵੀ ਖੁਸ਼ ਹੈ ਜੀ ਅਤੇ ਘਰ ਦੇ ਵੀ ਖੁਸ਼ ਹੈ। ਤੇ ਕਦੇ ਹੋਣਾ ਮਤਲਬ ਜੇ ਅੱਜ ਦੀ ਗੱਲ ਕਰੀਏ, ਪਹਿਲਾਂ ਵਾਲੇ ਦਿਨ ਯਾਦ ਆਉਂਦੇ ਆ? ਯਾਦ ਤਾਂ ਆਉਂਦੇ ਆ ਜੀ, ਪਰ ਉਹ ਯਾਦ ਅਸੀਂ ਕਰਕੇ ਖੁਸ਼ ਨਹੀਂ ਹੈਗੇ। ਯਾਦ ਤਾਂ ਆਉਂਦੇ ਆ, ਪਰ ਪਹਿਲਾਂ ਦੇਖੀਏ, ਪਹਿਲਾਂ ਵੀ ਹੁਣ ਜੇ ਸ਼ਾਮ ਨੂੰ ਘਰ ਜਾਣੇ ਆ, ਘਰ ਜਾਂਦਿਆਂ ਹੀ ਜੇ ਖਿੱਝ ਕੇ ਪੈਣਾ, ਘਰਦਿਆਂ ਨੇ ਵੀ ਇਹ ਮਹਿਸੂਸ ਹੁੰਦਾ ਸੀਗਾ ਵੀ ਹਾਂ ਵੀ ਇਹ ਘਰੇ ਆ ਗਏ ਆ ਅਤੇ ਹੁਣ ਗਾਲੀ ਪਈ ਜਾਣਗੇ। ਪਰ ਹੁਣ ਬਿਲਕੁਲ ਉਲਟ ਹੋ ਗਿਆ। ਹੁਣ ਜਿਵੇਂ ਨੋਰਮਲ ਇੱਕ ਲਾਈਫ ਹੁੰਦੀ ਆ, ਨੋਰਮਲ ਲਾਈਫ ਤੁਸੀਂ ਸਪੈਂਡ ਕਰ ਰਹੇ ਹੋ? ਹਾਂਜੀ, ਬਿਲਕੁਲ। ਹੁਣ ਸ਼ਾਮ ਨੂੰ ਜਾਂਦੇ ਆ, ਬੱਚਿਆਂ ਨਾਲ ਵੀ ਜੋ ਟਾਈਮ ਸਪੈਂਡ ਹੁੰਦਾ ਅਤੇ ਬਾਕੀ ਵਾਈਫ ਨੂੰ ਵੀ ਆਪਣਾ ਪੂਰਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅੱਗੇ ਵਾਲੀ ਮਤਲਬ ਕਿ ਉਹਦੇ 'ਚੋਂ 100% ਦਾ 100% ਫਰਕ ਹੈ। ਠੀਕ ਹੈ। ਤੇ ਇੱਕ ਲਾਸਟ ਮੈਂ ਤੁਹਾਨੂੰ ਇੱਕ ਸਵਾਲ ਪੁੱਛੂੰਗਾ ਕਿ ਨਾ ਇੱਕ ਕਾਫੀ ਦਰਸ਼ਕ ਜੋ ਸਾਨੂੰ ਇਸ ਟਾਈਮ ਦੇਖ ਰਹੇ ਆ, ਹੈ ਨਾ, ਹੋ ਸਕਦਾ ਕਿ ਉਹਨਾਂ ਵਿੱਚੋਂ ਵੀ ਕਿਸੇ ਪੇਸ਼ੈਂਟ ਨੂੰ, ਕਿਸੇ ਪਰਸਨ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੋਵੇ, ਹੈ ਨਾ, ਜੋ ਆਪਣੀ ਵੀਡੀਓ ਦੇਖ ਰਹੇ ਆ। ਹੋ ਸਕਦਾ ਕਿਸੇ ਨੂੰ ਪ੍ਰੋਬਲਮ ਹੋਵੇ ਅਤੇ ਇੱਕ ਨਾ ਉਮੀਦ ਬੰਦਾ ਛੱਡ ਚੁੱਕਾ ਹੁੰਦਾ। ਜਿਵੇਂ ਤੁਹਾਨੂੰ ਮੈਡੀਸਨ ਲੈਣ ਤੋਂ ਪਹਿਲਾਂ ਇੱਕ ਮਾਈਂਡ ਵਿੱਚ ਸੀ ਕਿ ਸਾਰੀ ਉਮਰ ਹੀ ਖਾਣੀ ਪੈਣੀ ਆ। ਹੋ ਸਕਦਾ ਕਿ ਕੋਈ ਉੱਦਾਂ ਦਾ ਪੇਸ਼ੈਂਟ ਵੀ ਹੋਵੇ, ਕੋਈ ਉੱਦਾਂ ਦਾ ਪਰਸਨ ਹੋਵੇ ਜਿਹੜੇ ਆਪਣੀ ਵੀਡੀਓ ਦੇਖ ਰਿਹਾ ਹੋਵੇ ਅਤੇ ਮਾਈਗ੍ਰੇਨ ਤੋਂ ਪੀੜਤ ਹੋਵੇ, ਉਹ ਹੋਵੇ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਜਾਂ ਰਿਲੇਸ਼ਨ ਦੇ ਵਿੱਚ ਕੋਈ ਵੀ ਇੱਦਾਂ ਦਾ ਪਰਸਨ ਹੋਵੇ, ਹੈ ਨਾ, ਅਤੇ ਉਹ ਨਾ ਇੱਕ ਜਿਉਣ ਦੀ ਉਮੀਦ ਆਪਣੀ ਛੱਡ ਚੁੱਕੇ ਹੁੰਦੇ ਆ ਕਿ ਸਾਰੀ ਉਮਰ ਮੈਨੂੰ ਖਾਣੀ ਪੈਣੀ ਹੈ, ਇਹਦਾ ਕੋਈ ਇਲਾਜ ਨਹੀਂ ਹੈਗਾ। ਜੇ ਤੁਸੀਂ ਇੱਕ ਉਹਨਾਂ ਨੂੰ ਸਾਡੇ ਚੈਨਲ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੋ ਤਾਂ ਉਹ ਤੁਸੀਂ ਦੇ ਸਕਦੇ ਹੋ? ਸਰ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਜੇ ਮੇਰਾ ਇਹ ਬਿਮਾਰੀ ਮੇਰੀ ਠੀਕ ਹੋ ਸਕਦੀ ਹੈ ਅਤੇ ਉਹ ਕਿਸੇ ਦੀ ਵੀ ਠੀਕ ਹੋ ਸਕਦੀ ਹੈ। ਇਹਦੇ ਲਈ ਉਹਨਾਂ ਨੂੰ ਸਿਰਫ ਇੰਨਾ ਹੈ ਕਿ ਇੱਥੇ ਆਪਾਂ ਜਿਵੇਂ ਕਿ ਮੇਰਾ ਇੱਕ ਜ਼ਰੀਆ ਬਣਿਆ ਸੀਗਾ, ਮੇਰਾ ਦੋਸਤ ਸੀ ਅਤੇ ਉਹਦੇ ਕਾਰਨ ਮੈਂ ਇੱਥੇ ਪਹੁੰਚਿਆ, ਮੈਂ ਆਪਦੀ ਬਿਮਾਰੀ ਠੀਕ ਕੀਤੀ ਹੈ। ਅਤੇ ਹੁਣ ਇਹ ਵੀ ਹੈ ਕਿ ਆਪਣੇ ਤੁਹਾਡੇ ਨਿਊਜ਼ ਚੈਨਲ ਦੇ ਜ਼ਰੀਏ ਵੀ ਜੇ ਕਿਸੇ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਹੈਗੀ ਹੈ ਅਤੇ ਉਹ ਇੱਥੇ ਪਹੁੰਚ ਸਕਦਾ ਅਤੇ ਆਪਦੀ ਬਿਮਾਰੀ ਠੀਕ ਕਰ ਸਕਦਾ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ ਕੇਅਰ ਏਸ਼ੀਆ TV ਚੈਨਲ 'ਤੇ ਆਪਣਾ ਕੀਮਤੀ ਸਮਾਂ ਦੇਣ ਲਈ। ਮੈਂ ਦਰਸ਼ਕਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਜੇ ਤੁਹਾਡੇ ਵਿੱਚੋਂ ਕੋਈ ਵੀ ਦਰਸ਼ਕ ਇਸ ਬਿਮਾਰੀ ਦੇ ਰਿਲੇਟਡ ਜਾਂ ਆਪਾਂ ਨੂੰ ਕੋਈ ਵੀ ਬਿਮਾਰੀ ਹੈ ਉਹਦੇ ਰਿਲੇਟਡ ਤੁਸੀਂ ਕੋਈ ਵੀ ਇਨਕੁਆਇਰੀ ਕਰਨਾ ਚਾਹੁੰਦੇ ਹੋ ਜਾਂ ਕੋਈ ਸਵਾਲ ਹੈ ਤੁਹਾਡੇ ਮਾਈਂਡ ਦੇ ਵਿੱਚ, ਤਾਂ ਤੁਸੀਂ ਜਿਹੜਾ ਸਕਰੀਨ 'ਤੇ ਥੱਲੇ ਨੰਬਰ ਸ਼ੋ ਹੋ ਰਿਹਾ ਤੁਸੀਂ ਉਹਦੇ 'ਤੇ ਕਾਲ ਕਰਕੇ ਆਪਣੀ ਜਿਹੜੀ ਕੋਈ ਵੀ ਪ੍ਰੋਬਲਮ ਹੈ ਉਹ ਤੁਸੀਂ ਕਲੀਅਰ ਕਰ ਸਕਦੇ ਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।